अस्सलाम वालेकुम जी। मैं डॉक्टर नसीम मराई जी फ्राम छत्तापुर। अच्छा दोस्तों, जो बंदे ਨੂੰ ਬੁਢਾਪਾ ਆ ਜਾਂਦਾ ਹੈ ਨਾ ਤੇ ਬੰਦਾ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਅਕਸਰ ਲੋਕ ਉਹ ਨੇ ਜਿਨ੍ਹਾਂ ਨੂੰ 40 ਸਾਲ ਤੋਂ ਬਾਅਦ ਬੁਢਾਪੇ ਦੀ ਅਲਾਮਤਾਂ ਸ਼ੁਰੂ ਹੋ ਜਾਂਦੀਆਂ ਨੇ। ਕੁਝ ਲੋਕਾਂ ਨੂੰ 50 ਸਾਲ 'ਚ, ਕੁਝ ਲੋਕਾਂ ਨੂੰ 60 ਸਾਲ ਦੇ ਵਿੱਚ। ਮਗਰ ਜਦੋਂ ਬੁਢਾਪੇ ਦੀ ਅਲਾਮਤ ਪੈਦਾ ਹੋ ਜਾਂਦੀਆਂ ਨਾ, ਫਿਰ ਬੰਦੇ ਦੇ ਬਹੁਤ ਸਾਰੇ ਜਿਹੜੇ ਕੰਮ ਆ ਉਹ ਰਹਿ ਜਾਂਦੇ ਨੇ। ਬੰਦਾ ਚੱਲਣ ਫਿਰਨ ਤੋਂ ਰਹਿ ਜਾਂਦਾ ਹੈ, ਗੋਡਿਆਂ 'ਚ ਦਰਦ ਹੋਣ ਲੱਗ ਪੈਂਦਾ ਹੈ, ਜੋੜਾਂ 'ਚ ਦਰਦ ਹੋਣ ਲੱਗ ਪੈਂਦਾ ਹੈ। ਮੇਦਾ ਜਿਹੜਾ ਹੈ ਉਹ ਘੱਟ ਕੰਮ ਕਰਦਾ ਹੈ। ਜਿਹੜਾ ਬੰਦਾ 3 ਰੋਟੀਆਂ ਖਾਂਦਾ ਸੀ, ਉਹ 1 ਰੋਟੀ 'ਤੇ ਗੁਜ਼ਾਰਾ ਕਰਨ ਲੱਗ ਪੈਂਦਾ ਹੈ ਤੇ ਉਹ ਫਿਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ। ਬੁਢਾਪੇ ਦੇ ਵਿੱਚ ਅਕਸਰ ਲੋਕਾਂ ਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਨੇ। ਬੁਢਾਪੇ ਦੇ ਵਿੱਚ ਅਕਸਰ ਲੋਕਾਂ ਦੀਆਂ ਖੂਨ ਦੀਆਂ ਸ਼ਰੇਆਨਾਂ ਸਖਤ ਹੋ ਜਾਂਦੀਆਂ ਨੇ। ਖੂਨ ਦੀਆਂ ਸ਼ਰੇਆਨਾਂ ਸੁੱਕਣੀਆਂ ਸ਼ੁਰੂ ਹੋ ਜਾਂਦੀਆਂ ਨੇ। ਅਕਸਰ ਲੋਕਾਂ ਨੂੰ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਨੇ। ਬਾਸਕਾ ਤਾਂ ਐਵੇਂ ਹੁੰਦਾ ਹੈ ਕਿ ਬੰਦਾ ਚੱਲਦਾ ਚੱਲਦਾ ਗਿਰ ਜਾਂਦਾ ਹੈ, ਕਿਉਂਕਿ ਉਹਦੇ ਜਿਹੜੇ ਅਸਾਬ, ਉਹਦੇ ਜਿਹੜੀਆਂ ਹੱਡੀਆਂ ਨੇ ਉਹ ਵੀਕ ਹੋਣਾ ਸ਼ੁਰੂ ਹੋ ਜਾਂਦੀਆਂ ਨੇ। ਅਗਰ ਤੁਹਾਡਾ ਵੀ ਕੋਈ ਮਰੀਜ਼ ਐਸਾ ਹੈ ਜਾਂ ਤੁਹਾਨੂੰ ਵੀ ਕੋਈ ਐਸੀ ਅਲਾਮਤ ਪੈਦਾ ਹੋ ਰਹੀ ਆ ਕਿ ਤੁਹਾਨੂੰ ਬੁਢਾਪੇ ਦੀ ਅਲਾਮਤ 40 ਸਾਲ ਦੀ ਉਮਰ 'ਚ ਪੈਦਾ ਹੋ ਰਹੀ ਆ, 30 ਸਾਲ ਦੀ ਉਮਰ 'ਚ ਪੈਦਾ ਹੋ ਰਹੀ ਆ, ਜਾਂ ਫਿਰ 60 ਸਾਲ ਦੀ ਉਮਰ 'ਚ ਪੈਦਾ ਹੋ ਰਹੀ ਆ, ਅਸੀਂ ਤੁਹਾਨੂੰ ਅੱਜ ਐਸੀ ਦਵਾਈ ਦੱਸਣੀ ਆ ਜਿਹੜੀ ਬੁਢਾਪੇ ਦੀ ਅਲਾਮਤ ਨੂੰ ਰੋਕ ਸਕਦੀ ਆ ਔਰ ਮਰੀਜ਼ ਨੂੰ ਸਿਹਤਮੰਦ ਕਰ ਸਕਦੀ ਆ। ਔਰ ਮਰੀਜ਼ ਵੀ ਇੰਨਾ ਸਿਹਤਮੰਦ ਹੋ ਜਾਵੇ ਕਿ ਬੰਦੇ ਨੂੰ ਪਤਾ ਨਹੀਂ ਲੱਗੇ ਕਿ ਮੈਂ ਬੁੱਢਾ ਹੋਇਆ ਹੋਇਆ ਵਾਂ। ਤੇ ਦੋਸਤੋ, ਕਰਨਾ ਕੀ ਆ? ਹੋਮੀਓਪੈਥਿਕ ਦੀ ਇੱਕ ਦਵਾਈ ਆ, ਥਾਇਓਸੀਨਾਮੀਨਮ। ਥਾਇਓਸੀਨਾਮੀਨਮ 2x ਤਾਕਤ 'ਚ ਲੈਣੀ ਆ। 5 ਕਤਰੇ ਸੁਬਹ, 5 ਸ਼ਾਮ। ਜਿਹੜੇ ਬੰਦੇ ਨੂੰ ਬੁਢਾਪੇ ਦੀ ਅਲਾਮਤ ਸ਼ੁਰੂ ਹੋ ਗਈ ਆ, ਜਿਸ ਬੰਦੇ ਦੀਆਂ ਖੂਨ ਦੀਆਂ ਸ਼ਰੇਆਨਾਂ ਸੁੱਕ ਰਹੀਆਂ ਨੇ, ਸ਼ਰੇਆਨਾਂ ਸਖਤ ਹੋ ਰਹੀਆਂ ਨੇ, ਉਹਦੇ ਅਸਾਬ ਕਮਜ਼ੋਰ ਹੋ ਰਹੇ, ਮਸਲ ਡਿਸਟਰਾਫੀ ਹੋ ਰਹੀ ਆ, ਜਾਂ ਹੋਰ ਜਿੰਨੀਆਂ ਵੀ ਅਲਾਮਤ ਪੈਦਾ ਹੋ ਰਹੀਆਂ ਨੇ, ਉਹ ਵੀਕਨੈਸ ਹੋ ਰਹੀ ਆ, ਥਾਇਓਸੀਨਾਮੀਨਮ ਇੱਕ ਐਸੀ ਦਵਾਈ ਆ ਕਿ ਤੁਸੀਂ ਅਗਰ ਇਸ ਦਵਾਈ ਨੂੰ ਉਸ ਮਰੀਜ਼ ਨੂੰ ਦਿਓ, ਥਾਇਓਸੀਨਾਮੀਨਮ 2x ਤਾਕਤ ਦੇ ਵਿੱਚ, ਜ਼ਿਆਦਾ ਨਹੀਂ ਤਾਕਤ ਲੈਣੀ, 2x ਤਾਕਤ ਦੇ ਵਿੱਚ 5 ਕਤਰੇ ਸੁਬਹ, 5 ਸ਼ਾਮ, 15-20 ਦਿਨਾਂ ਦੇ ਵਿੱਚ ਮਰੀਜ਼ ਦੀ ਜਿਹੜੀ ਕੰਡੀਸ਼ਨ ਆ ਉਹ ਬਦਲਣੀ ਸ਼ੁਰੂ ਹੋ ਜਾਣੀ ਆ। ਮਰੀਜ਼ ਦੀ ਜਿਹੜੀ ਅਲਾਮਤ ਆ ਉਹ ਬੈਕ ਹੋਣੀ ਸ਼ੁਰੂ ਹੋ ਜਾਣੀ ਆ। ਔਰ ਜਦੋਂ ਤੁਸੀਂ ਇਹ ਦਵਾਈ ਨੂੰ ਕੋਈ ਮਹੀਨਾ 2 ਮਹੀਨੇ ਸ਼ੁਰੂ ਇਸਤੇਮਾਲ ਕੀਤਾ ਤੇ ਤੁਸੀਂ ਦੇਖੋਗੇ ਉਹ ਲੋਕ ਜਿਹੜੇ ਬੁਢਾਪੇ ਦੀ ਵਜ੍ਹਾ ਤੋਂ ਕੰਨਾਂ ਤੋਂ ਉੱਚਾ ਸੁਣਨ ਲੱਗ ਪੈਂਦਾ ਹੈ, ਉਹਨਾਂ ਨੂੰ ਸੁਣਨਾ ਵੀ ਸ਼ੁਰੂ ਹੋ ਜਾਣਾ ਹੈ। ਅਗਰ 100% ਨਹੀਂ ਸੁਣੇਗਾ ਤੇ 50% ਜ਼ਰੂਰ ਉਹ ਠੀਕ ਹੋ ਜਾਣਗੇ। ਤੇ ਦੋਸਤੋ, ਥਾਇਓਸੀਨਾਮੀਨਮ ਨੂੰ ਕੁਝ ਲੰਬਾ ਅਰਸਾ ਇਸਤੇਮਾਲ ਕਰਨਾ ਪੈਂਦਾ ਵਾ ਤਾਂ ਕਿ ਇਹਦੇ ਅਸਰਾਤ ਪੂਰੇ ਬੁਢਾਪੇ ਦੇ ਖਤਮ ਕੀਤੇ ਜਾਣ ਔਰ ਇਸ ਦਵਾਈ ਦਾ ਪੂਰਾ ਫੰਕਸ਼ਨ ਮੁਕੰਮਲ ਹੋ ਸਕੇ। ਤੇ ਦੋਸਤੋ, ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਆ ਕਰੋ। ਔਰ ਦੂਸਰੀ ਗੱਲ ਇਹ ਆ, ਦਵਾਈ ਲੈਣ ਤੋਂ ਪਹਿਲੇ ਕਿਸੇ ਕਰੀਬ ਤਰੀਨ ਹੋਮੀਓਪੈਥਿਕ ਡਾਕਟਰ ਨਾਲ ਮਸ਼ਵਰਾ ਕਰ ਲਿਆ ਕਰੋ ਔਰ ਉਹਦੇ ਤੋਂ ਦਵਾਈ ਲੈ ਲਿਆ ਕਰੋ ਤਾਂ ਕਿ ਤੁਸੀਂ ਕਨਫਰਮ ਵੀ ਕਰ ਸਕੋ ਕਿ ਦਵਾਈ ਉਹੀ ਆ। ਅਗਰ ਸਾਡੇ ਨਾਲ ਮਸ਼ਵਰਾ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ, ਮਗਰ ਬਿਲਾ ਵਜ੍ਹਾ ਨਹੀਂ, ਕਿਉਂਕਿ ਅਕਸਰ ਲੋਕ ਹੁਣ ਵੀਡੀਓ ਦੇਖਣਗੇ ਤੇ ਫੋਨ ਕਰਨੇ ਸ਼ੁਰੂ ਕਰ ਦੇਣਗੇ, ਕਾਲਾਂ ਕਰਨੀਆਂ ਸ਼ੁਰੂ ਕਰ ਦੇਣਗੇ, ਡਾਕਟਰ ਸਾਹਿਬ ਦਵਾਈ ਦਾ ਨਾਂ ਤੇ ਲਿਖਿਓ। ਹਾਲਾਂਕਿ ਦਵਾਈ ਦਾ ਨਾਂ ਅਸੀਂ ਸਕਰੀਨ ਤੇ ਮੈਂਸ਼ਨ ਕੀਤਾ ਹੈ ਔਰ 3 ਦਫਾ ਦੱਸ ਚੁੱਕੇ ਹਾਂ। ਇਸ ਦੇ ਬਾਵਜੂਦ ਵੀ ਲੋਕ ਕਹਿਣਗੇ ਡਾਕਟਰ ਸਾਹਿਬ ਨਾਂ ਤੇ ਲਿਖ ਦਿਓ, ਜਾਂ ਫਿਰ ਕਹਿਣਗੇ ਡਾਕਟਰ ਸਾਹਿਬ ਤੁਸੀਂ ਪੀਣ ਦਾ ਤਰੀਕਾ ਨਹੀਂ ਦੱਸਿਆ ਦਵਾਈ। ਹਾਲਾਂਕਿ ਅਸੀਂ ਹਰ ਚੀਜ਼ ਵਾਜ਼ਿਆ ਤੌਰ ਤੇ ਦੱਸ ਰਹੇ ਹਾਂ। ਥਾਇਓਸੀਨਾਮੀਨਮ 2x ਤਾਕਤ, 5 ਕਤਰੇ ਸੁਬਹ, 5 ਸ਼ਾਮ। ਫਿਰ ਵੀ ਲੋਕਾਂ ਨੇ ਫੋਨ ਕਰਨਾ ਹੈ ਕਿ ਡਾਕਟਰ ਸਾਹਿਬ ਪੀਣ ਦਾ ਤਰੀਕਾ ਦੱਸਿਓ। ਤੇ ਦੋਸਤੋ, ਵੀਡੀਓ ਪੂਰੀ ਦੇਖਿਆ ਕਰੋ, ਗੌਰ ਨਾਲ ਦੇਖਿਆ ਕਰੋ, ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਤਾਂ ਕਿ ਵੀਡੀਓ ਹੋਰ ਲੋਕਾਂ ਤੱਕ ਪਹੁੰਚੇ ਔਰ ਉਹਨਾਂ ਦਾ ਫਾਇਦਾ ਹੋਵੇ। ਸ਼ੁਕਰੀਆ, ਅੱਲਾਹ ਹਾਫਿਜ਼।